ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਟ੍ਰਾਇੰਗਲਸ ਐਕਸਰਸਾਈਜ਼ 6.4 ਤੇ ਜਿਸ ਦਾ ਕੁਐਸਚਨ ਹੈ ਸਾਡੇ ਕੋਲ 6। ਸੋ ਕੁਐਸਚਨ 6 ਦੇ ਵਿੱਚ ਸਾਡੇ ਕੋਲ ਕੀ ਹੈ, ਸਿੱਧ ਕਰੋ ਕਿ ਦੋ ਸਮਰੂਪ ਤ੍ਰੈਭੁਜਾਂ। ਸੋ ਸਭ ਤੋਂ ਪਹਿਲਾਂ ਹੀ ਸਾਡੇ ਕੋਲ ਵਰਡ ਆਉਂਦਾ ਹੈ ਟੂ ਸਿਮਿਲਰ ਟ੍ਰਾਇੰਗਲਸ ਤੇ ਖੇਤਰਫਲਾਂ ਦਾ ਅਨੁਪਾਤ ਰੇਸ਼ੋ ਆਫ देयर एरियाज, इन्हां दियां संगत मध्यिकावां कोरसपोंडिंग मीडियंस, मध्यिकावां दे अनुपात दा वर्ग हुंदा है रेशो ऑफ स्केयर। सो क्वेश्चन ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਜੋ ਦੇਖੋ 4 ਵਾਰ ਅਸੀਂ ਹਾਈਲਾਈਟ ਕੀਤਾ ਹੈ ਰੈੱਡ ਕਲਰਸ ਦੇ ਨਾਲ। ਸੋ ਸਭ ਤੋਂ ਪਹਿਲਾਂ ਦੋ ਸਮਰੂਪ ਤ੍ਰੈਭੁਜ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਜੋ ਦੋ ਸਮਰੂਪ ਤ੍ਰੈਭੁਜ ਦਿੱਤੇ ਗਏ ਹਨ ਅਸੀਂ ਪਹਿਲਾਂ ਉਹ ਬਣਾਵਾਂਗੇ। ਸੋ ਮੰਨ ਲਓ ਦੋ ਸਮਰੂਪ ਤ੍ਰੈਭੁਜ ABC ਅਤੇ ਤ੍ਰੈਭੁਜ PQR ਹਨ। ਸੋ ਤ੍ਰੈਭੁਜ ਬਣਾਉਂਦੇ ਅਸੀਂ ਆਪਣੀ, ਇਹ ਹੋ ਗਈ ਸਾਡੇ ਕੋਲ ਤ੍ਰੈਭੁਜ ABC ਅਤੇ ਦੂਸਰੀ ਤ੍ਰੈਭੁਜ ਸਾਡੇ ਕੋਲ ਗਈ ਸਾਡੀ PQ ਅਤੇ R। ਸੋ ਦੋਵੇਂ ਕੀ ਹਨ ਸਾਡੇ ਕੋਲ ਸਮਰੂਪ ਹਨ, ਗਿਵਨ ਦਿੱਤੇ ਗਏ ਹਨ। ਸੋ ਤ੍ਰੈਭੁਜ ABC ਸਮਰੂਪ ਹੈ ਤ੍ਰੈਭੁਜ PQR। ਸੋ ਜਦੋਂ ਦੋਵੇਂ ਤ੍ਰੈਭੁਜ ਸਮਰੂਪ ਹੋਣਗੇ ਤਾਂ ਸਾਡੇ ਕੋਲ ਉਹਨਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਜਿਹੜਾ ਉਹ ਬਰਾਬਰ ਹੋਵੇਗਾ। ਇਸ ਲਈ AB ਓਵਰ ਆਏਗਾ ਸਾਡੇ ਕੋਲ PQ ਬਰਾਬਰ BC ਓਵਰ QR ਬਰਾਬਰ ਆ ਜਾਏਗਾ ਸਾਡੇ ਕੋਲ AC ਓਵਰ PR। ਸੋ ਇਸ ਨੂੰ ਅਸੀਂ ਮੰਨਦੇ ਹਾਂ ਇਕੁਏਸ਼ਨ ਫਸਟ। ਸੋ ਜਦੋਂ ਸਾਡੇ ਕੋਲ ਸੰਗਤ ਭੁਜਾਵਾਂ ਦਾ ਅਨੁਪਾਤ ਬਰਾਬਰ ਹੁੰਦਾ ਤਾਂ ਸਾਡੇ ਕੋਲ ਇਸਦੇ ਸੰਗਤ ਕੋਣ ਜਿਹੜੇ ਉਹ ਵੀ ਬਰਾਬਰ ਹੁੰਦੇ ਹਨ। ਸੋ ਦੇਖੋ ਭੁਜਾ AB ਓਵਰ PQ ਲਿਖਿਆ ਹੈ, AB ਦੇ ਸਾਹਮਣੇ ਕਿਹੜਾ ਕੋਣ ਹੈ C। ਸੋ ਦੇਅਰਫੋਰ ਐਂਗਲ C ਬਰਾਬਰ ਹੋਏਗਾ PQ ਦੇ ਸਾਹਮਣੇ ਐਂਗਲ ਕਿਹੜਾ ਹੈ R। ਸੋ ਇਹ ਬਰਾਬਰ ਹੋ ਗਿਆ ਸਾਡੇ ਕੋਲ BC ਭੁਜਾ ਦੇ ਸਾਹਮਣੇ ਐਂਗਲ ਕਿਹੜਾ A। ਸੋ ਨੀਚੇ ਕੀ ਹੈ QR ਦੇ ਸਾਹਮਣੇ ਐਂਗਲ ਕਿਹੜਾ ਹੈ P। ਸੋ ਇਸ ਤਰ੍ਹਾਂ ਸਾਡੇ ਕੋਲ ਐਂਗਲ A ਬਰਾਬਰ ਹੋ ਜਾਏਗਾ ਐਂਗਲ P। ਸੋ ਫਿਰ ਦੇਖੋ ਸਾਡੇ ਕੋਲ AC ਦੇ ਸਾਹਮਣੇ ਐਂਗਲ ਹੈ ਸਾਡੇ ਕੋਲ B ਅਤੇ PR ਦੇ ਸਾਹਮਣੇ ਐਂਗਲ ਹੈ Q। ਇਸ ਲਈ ਸਾਡੇ ਕੋਲ B ਹੈ ਉਹ ਬਰਾਬਰ ਆ ਗਿਆ ਸਾਡੇ ਕੋਲ ਐਂਗਲ Q। ਸੋ ਇਹ ਆਉਂਦਾ ਹੈ ਸਾਡੇ ਕੋਲ। ਸੋ ਇਸ ਨੂੰ ਸਾਰੇ ਨੂੰ ਅਸੀਂ ਮੰਨ ਲੈਂਦੇ ਹਾਂ 2 ਨੰਬਰ। ਹੁਣ ਇਸ ਤੋਂ ਬਾਅਦ ਸਾਡੇ ਕੋਲ ਸ਼ਬਦ ਆਉਂਦਾ ਸਾਡਾ ਸੰਗਤ ਮੱਧਿਕਾਵਾਂ, ਮਤਲਬ ਕਿ ਇਸ ਦੇ ਵਿੱਚ ਮੱਧਿਕਾਵਾਂ ਵੀ ਹੋਣਗੀਆਂ। ਸੋ ਇਸ ਦੇ ਵਿੱਚ ਅਸੀਂ ਦੋ ਮੱਧਿਕਾਵਾਂ ਜਿਹੜੀਆਂ ਬਣਾਉਂਦੇ ਹਾਂ, A ਤੋਂ ਬਣਾ ਲਓ ਮੰਨ ਲਓ ਕਿ। ਸੋ ਇਹ ਸਾਡੇ ਕੋਲ ਗਈ AD ਅਤੇ ਇਹ ਸਾਡੇ ਕੋਲ ਗਈ PM। ਦੋ ਸਾਡੇ ਕੋਲ ਮੱਧਿਕਾਵਾਂ ਹੋ ਜਾਂਦੀਆਂ ਹਨ। ਸੋ ਲਿਖਦੇ ਹਾਂ ਅਸੀਂ AD ਤ੍ਰੈਭੁਜ ABC ਅਤੇ PM ਤ੍ਰੈਭੁਜ PQR ਦੀਆਂ ਮੱਧਿਕਾਵਾਂ ਹਨ। ਸੋ ਇਹ ਸਾਡੇ ਕੋਲ ਮੱਧਿਕਾਵਾਂ ਹੋ ਗਈਆਂ। ਸੋ ਹੁਣ ਸਾਨੂੰ ਸਿੱਧ ਕਰਨ ਨੂੰ ਕੀ ਕਿਹਾ ਗਿਆ ਹੈ ਕਿ ਦੋ ਸਮਰੂਪ ਤ੍ਰੈਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ, ਮਤਲਬ ਕਿ ਏਰੀਆ ਆਫ ਤ੍ਰੈਭੁਜ ABC ਓਵਰ ਏਰੀਆ ਆਫ ਤ੍ਰੈਭੁਜ PQR ਦੋਵਾਂ ਦਾ ਖੇਤਰਫਲ ਬਰਾਬਰ ਕਿਹਦੇ ਹੋਏਗਾ, ਇਹਦੀਆਂ ਸੰਗਤ ਮੱਧਿਕਾਵਾਂ ਦੇ ਅਨੁਪਾਤ ਦਾ ਵਰਗ। ਸੋ ਸੰਗਤ ਮੱਧਿਕਾਵਾਂ ਕਿਹੜੀਆਂ ਹੋ ਗਈਆਂ ਸਾਡੇ ਕੋਲ, ਇੱਕ ਮੱਧਿਕਾ AD ਹੋ ਗਈ, ਦੂਸਰੀ ਹੋ ਗਈ ਸਾਡੇ ਕੋਲ PM। ਇਹਨਾਂ ਦੇ ਵਰਗਾਂ ਦੇ ਇਹਨਾਂ ਦੇ ਅਨੁਪਾਤ ਦਾ ਵਰਗ ਜਿਹੜਾ ਅਸੀਂ ਉਸਦੇ ਬਰਾਬਰ ਜਿਹੜਾ ਇਸ ਦਾ ਖੇਤਰਫਲ ਜਿਹੜਾ ਉਹ ਦਰਸਾਉਣਾ ਹੈ। ਸੋ ਇਹ ਚੀਜ਼ ਹੈ ਜੋ ਅਸੀਂ ਕਿ ਸਿੱਧ ਕਰਨਾ ਹੈ। ਸੋ ਹੁਣ ਦੇਖੋ ਸਾਡੇ ਕੋਲ ਜਦੋਂ ਮੱਧਿਕਾਵਾਂ ਬਣਾਈਆਂ ਤਾਂ ਸਾਡੇ ਕੋਲ ਇਸ ਵਿੱਚ ਦੋ ਤ੍ਰੈਭੁਜਾਂ ਵਿੱਚ ਇਹ ਤ੍ਰੈਭੁਜ ਵੰਡੀ ਗਈ ਅਤੇ ਦੋ ਤ੍ਰੈਭੁਜ ਦੇ ਵਿੱਚ ਇਹ ਤ੍ਰੈਭੁਜ ਵੰਡੀ ਗਈ। ਸੋ ਅਸੀਂ ਲੈਂਦੇ ਹਾਂ ਤ੍ਰੈਭੁਜ ABD ਅਤੇ ਤ੍ਰੈਭੁਜ PQM ਵਿੱਚ। ਸੋ ਅਸੀਂ ਇਹ ਦੋਵੇਂ ਤ੍ਰੈਭੁਜ ਜਿਹੜੇ ਕਿ ਲਏ ਹਨ। ਸੋ ਕੀ ਬਣਦੀਆਂ ਹਨ ਸਾਡੇ ਕੋਲ
A B D, दूसरी है साडे कोल इस तरह ही P Q ਅਤੇ M। ਹੁਣ ਦੋਵੇਂ ਤ੍ਰੈਭੁਜਾਂ ਦੇ ਵਿੱਚ ਦੇਖੋ ਸਾਡੇ ਕੋਲ ਇੱਧਰ B ਆਉਂਦਾ, ਇੱਧਰ ਐਂਗਲ ਕਿਹੜਾ ਆਉਂਦਾ ਹੈ Q ਆਉਂਦਾ ਹੈ। ਸੋ ਦੇਖੋ ਐਂਗਲ B ਕਿਹਦੇ ਬਰਾਬਰ ਹੈ Q ਦੇ, ਐਂਗਲ B ਬਰਾਬਰ ਹੈ Q। ਸੋ ਐਂਗਲ B ਬਰਾਬਰ ਹੈ Q ਕਿੱਥੋਂ ਸਾਡੇ ਕੋਲ 2 ਤੋਂ। ਸੋ ਸਾਡੇ ਕੋਲ ਇਹ ਕਿਹ 'ਚ ਦਿੱਤਾ ਹੈ ਸਮੀਕਰਨ 2 ਦੇ ਵਿੱਚ ਜਿਹੜੀ ਅਸੀਂ ਮੰਨੀ ਹੈ। ਸੋ ਜਦੋਂ B ਅਤੇ Q ਕੋਣ ਬਰਾਬਰ ਹੋ ਗਏ ਤਾਂ ਸਾਡੇ ਕੋਲ ਇਸ ਦੀਆਂ ਸਨਮੁਖ ਭੁਜਾਵਾਂ ਕਿਹੜੀਆਂ ਹੋ ਗਈਆਂ। ਕੋਣ B ਦੇ ਸਾਹਮਣੇ ਕਿਹੜੀ ਭੁਜਾ ਸਾਡੇ ਕੋਲ AD ਅਤੇ Q ਦੇ ਸਾਹਮਣੇ ਕਿਹੜੀ ਹੋ ਗਈ ਸਾਡੇ ਕੋਲ PM ਇਹ ਹੋ ਗਏ ਸਾਡੇ ਕੋਲ। ਸੋ ਇਸ ਤਰ੍ਹਾਂ ਇਹ ਸਾਡੇ ਕੋਲ ਇੱਕ ਅਨੁਪਾਤ ਜਿਹੜਾ ਉਹ ਬਣ ਜਾਂਦਾ ਹੈ। ਸੋ ਇਸ ਨੂੰ ਅਸੀਂ ਮੰਨਦੇ ਹਾਂ ਇਕੁਏਸ਼ਨ ਆਪਣੀ 3rd। ਹੁਣ ਅਸੀਂ ਲੈਂਦੇ ਹਾਂ ਇਕੁਏਸ਼ਨ 1 2 ਅਤੇ 3 ਤੋਂ। ਸੋ ਸਾਡੇ ਕੋਲ ਕੀ ਆਉਂਦਾ ਹੈ, ਇੱਕ ਇਕੁਏਸ਼ਨ ਕੀ ਹੈ ਸਾਡੇ ਕੋਲ AB ਓਵਰ PQ BC ਓਵਰ QR AC ਓਵਰ PR। ਸੋ ਧਿਆਨ ਨਾਲ ਸਮਝੋ, ਇੱਧਰ ਐਂਗਲ B ਬਰਾਬਰ Q, ਦੇਖੋ ਐਂਗਲ B ਬਰਾਬਰ Q ਹੈ ਤਾਂ ਸਾਡੇ ਕੋਲ ਕੀ ਆਉਂਦਾ AC ਓਵਰ PR। ਇੱਧਰ ਐਂਗਲ BQ ਬਰਾਬਰ ਹੈ, ਦੇਖੋ ਇੱਧਰ ਵੀ BQ ਇੱਧਰ ਵੀ BQ ਦੋਵੇਂ ਬਰਾਬਰ ਹਨ। ਇੱਧਰ ਕੀ ਸਾਡੇ ਕੋਲ ਹੈਗਾ AD ਓਵਰ PM। ਸੋ ਇਸ ਲਈ ਸਾਡੇ ਕੋਲ ਇੱਧਰ ਕੀ ਆ ਜਾਏਗਾ AD ਓਵਰ PM। ਹੁਣ ਦੇਖੋ ਇਹ ਸਾਡੇ ਕੋਲ ਅਨੁਪਾਤ ਜਿਹੜਾ ਹੈ ਉਹ ਕਿਹਦੇ ਬਰਾਬਰ ਆ ਜਾਂਦਾ ਹੈ AD ਓਵਰ PM ਦੇ ਬਰਾਬਰ। ਇਸ ਲਈ ਏਰੀਆ ਤ੍ਰੈਭੁਜ ABC ਓਵਰ ਏਰੀਆ ਤ੍ਰੈਭੁਜ PQR। ਸੋ ਜਦੋਂ ਦੋ ਤ੍ਰੈਭੁਜ ਸਮਰੂਪ ਹੁੰਦੇ ਹਨ ਤਾਂ ਸਾਡੇ ਕੋਲ ਉਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਜਿਹੜਾ ਹੁੰਦਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ AB ਓਵਰ PQ, ਇਸ ਦੇ ਅਨੁਪਾਤ ਦਾ ਵਰਗ ਬਰਾਬਰ BC ਓਵਰ QR, ਇਸ ਦੇ ਅਨੁਪਾਤ ਦਾ ਵਰਗ ਬਰਾਬਰ AC ਓਵਰ PR, ਇਸ ਦੇ ਅਨੁਪਾਤ ਦਾ ਵਰਗ ਆ ਜਾਂਦਾ ਹੈ। ਸੋ ਇਸ ਲਈ ਆਏਗਾ ਸਾਡੇ ਕੋਲ ਏਰੀਆ ਤ੍ਰੈਭੁਜ ABC ਓਵਰ ਆ ਜਾਏਗਾ ਏਰੀਆ ਤ੍ਰੈਭੁਜ PQR। ਹੁਣ ਦੇਖੋ ਸਾਡੇ ਕੋਲੇ ਸਾਰੀਆਂ ਭੁਜਾਵਾਂ ਜਿਹੜੀਆਂ ਇਹਨਾਂ ਦਾ ਅਨੁਪਾਤ ਜਿਹੜਾ ਹੈ, ਦੇਖੋ ਅਨੁਪਾਤ ਕਿਹਦੇ ਬਰਾਬਰ ਹੈ ਸਾਡੇ ਕੋਲ AD ਓਵਰ PM ਦੇ ਬਰਾਬਰ। ਸੋ ਇਸ ਲਈ ਸਾਡੇ ਕੋਲ ਇੱਧਰ ਵੀ ਕੀ ਆ ਜਾਏਗਾ AD ਓਵਰ PM। तो इसका की आ जाएगा नाल साडे को वर्ग आ जाएगा, क्योंकि AB दी किहदे बराबर है AD दे। असीं AB दी जगह ते AD लिखिया, PQ किहदे बराबर आ गई PM दे PM लिखिया। सो जदों ये बराबर हो गई आपस में इन्हां दा अनुपात साडे को आ गया, ये अनुपात इन्हां सारियां दे बराबर है तो इहदा वर्ग है वो भी इन्हां दे वर्गां दे अनुपात दे बराबर जिहड़ा वो होवेगा। सो इस तरह ये साडे कोल की हुंदा है सिद्ध हुंदा है। सो ये सी साडा क्वेश्चन नंबर 6। सो उम्मीद करदा कि क्वेश्चन 6 है सानू क्लीयर हो गया होगा। सो सब तो पहला असीं कीता दो त्रिभुज लए, उन्होंने असीं समरूप जिहड़ियां कि संगत भुजावां सी उन्हां दा अनुपात पहला लिखिया, फिर संगत कोण बराबर कीते, फिर उस दे विच मीडियन लए असीं मध्यकामां लईआं। सो मध्यकामां दे नाल साडे कोल दो त्रिभुज होर बण गईआं ABD अते PQM। फिर असीं एंगल B ਅਤੇ Q ਸਾਡੇ ਕੋਲ ਬਰਾਬਰ ਸੀਗਾ ਤੇ ਉਸ ਦੇ ਨਾਲ ਅਸੀਂ ਸੰਗਤ ਭੁਜਾਵਾਂ ਦੀ ਰੇਸ਼ੋ ਜਾਂ ਅਨੁਪਾਤ ਲਿਖਿਆ। ਸੋ ਇਹ ਜਿਹੜਾ ਅਨੁਪਾਤ ਸਾਡੇ ਕੋਲ ਇਸ ਦੇ ਵਿੱਚ ਵੀ B ਬਰਾਬਰ Q ਕੋਣ ਹੈ ਜੋ ਸਾਡੇ ਕੋਲ ਇਹਦੇ ਬਰਾਬਰ ਹੈ AC ਓਵਰ PR। ਸੋ ਸਾਡੇ ਕੋਲ ਇਹ ਸਾਰੀਆਂ ਭੁਜਾਵਾਂ ਦੇ ਅਨੁਪਾਤ ਦੇ ਬਰਾਬਰ ਆ ਗਿਆ। ਸੋ ਜਦੋਂ ਇਹਨਾਂ ਭੁਜਾਵਾਂ ਦਾ ਅਸੀਂ ਵਰਗ ਕਰਦੇ ਹਾਂ ਅਨੁਪਾਤ ਦਾ ਤਾਂ ਇਹ ਭੁਜਾਵਾਂ ਇਹਦੇ ਬਰਾਬਰ ਸੀਗੀਆਂ ਸਾਡੇ ਕੋਲ, ਤਾਂ ਇਸ ਤਰ੍ਹਾਂ ਸਾਡੇ ਕੋਲ ਇਹਦਾ ਜਿਹੜਾ ਵਰਗ ਹੈ ਉਹ ਵੀ ਇਹਨਾਂ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੋਵੇਗਾ। ਸੋ ਇਸ ਲਈ ਇਸ ਤਰ੍ਹਾਂ ਸਾਡੇ ਕੋਲ ਸਿੱਧ ਹੁੰਦਾ ਹੈ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਬੱਚਿਆਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰ ਸਕੀਏ। ਸੋ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।